ਓ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। माटी का क्या तूपै स्वामी, माटी का क्या तूपै स्वामी, मानस की गत एही, जेता समुंद सागर नीर भरिया, तेते अवगुण हमारे। दया करो किछ मेहर उपावो, डुबदे पत्थर तारे। दया करो किछ मेहर उपावो, डुबदे पत्थर तारे। जीड़ा अग्न बराबर तपै, भीतर वगै काती। प्रणवत नानक हुक्म पछाणै, सुख होवै दिन राती। प्रणवत नानक हुक्म पछाणै, सुख होवै दिन राती। हम अवगुण परे एक गुण नाही, अमृत छाड़ बिखै बिख खाही। माया मोह भरम पै पूले, सुतदारा स्यों प्रीत लगाई। एक उत्तम पंथ सुनियो गुर संगत, तह मिलंत जम त्रास मिटाई। इक अरदास पाठ कीरत की, गुरु रामदास राखो सरनाई। इक अरदास पाठ कीरत की, गुरु रामदास राखो सरनाई। तेरे कवन कवन गुण कह गावा, तू साहिब गुणी निधाना। तुम्हारी महिमा बरन ना सकूं, तू ठाकुर ऊच भगवाना। तुम्हारी महिमा बरन ना सकूं, तू ठाकुर ऊच भगवाना। जुग जुग अटल सतगुरु गुरगद्दी ते सुभाईमान दसां पातशाहियां दी जोत सतगुरु ਸਾਹਿਬ श्री गुरु ग्रंथ साहिब जी महाराज जी दी पावन और पवित्र मुबारक अमृतमयी हजूरी विखे जुड़ बैठी गुरु रूप साध संगत। गुरु साहिब जी दियां रहमतां बख्शिशां होईयां हन। गुरु दरबार की हाजरी भरन का सुभागा समा मिलिया है और इन्हां सुभाग घड़ियां नूं सफल बनाउंदे होए गुरु घर दे कीर्तनियां पासों प्यार सहित सत्कार सहित
ਪਾਵਨ ਪਵਿੱਤਰ ਬਾਣੀ ਦੇ ਸ਼ਬਦ ਕੀਰਤਨ ਆਪ ਜੀ ਨੇ ਸ਼ਰਵਣ ਕੀਤੇ। 2 ਸ਼ਬਦਾਂ ਦੇ ਕੀਰਤਨ ਦੀ ਸਾਂਝ ਭਾਈ ਸਾਹਿਬ ਜੀ ਨੇ ਆਪ ਸੰਗਤ ਦੇ ਨਾਲ ਪਾਈ। ਪ੍ਰਥਮ ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਔਰ ਦੂਜੇ ਨੰਬਰ 'ਤੇ ਇਹ ਵਪਾਰ ਵਿਰਲਾ ਵਪਾਰ ਹੈ, ਨਾਨਕ ਤਾਕੈ ਸਦ ਬਲਿਹਾਰੈ। ਵਪਾਰ ਕਰਨ ਦੇ ਲਈ ਅਸੀਂ ਵਣਜਾਰੇ ਜੀਵ ਇਸ ਸੰਸਾਰ ਰੂਪੀ ਬਾਜ਼ਾਰ ਅੰਦਰ ਆਏ ਹਾਂ, ਔਰ ਪੂੰਜੀ ਵਾਹਿਗੁਰੂ ਨੇ ਸਾਨੂੰ ਬਖਸ਼ੀ ਹੈ ਸਵਾਸਾਂ ਦੀ। ਜਿਸ ਪੂੰਜੀ ਬਦਲੇ ਇੱਥੇ ਕਰਤੇ ਪੁਰਖ ਵਾਹਿਗੁਰੂ ਦਾ ਨਾਮ ਰੂਪੀ ਵੱਖਰ, ਨਾਮ ਰੂਪੀ ਸੌਦਾ ਅਸੀਂ ਵਿਹਾਜਣਾ ਹੈ। ਔਰ ਜਿਹੜੇ ਤੇ ਸੰਸਾਰ ਅੰਦਰ ਆ ਕੇ ਇਸ ਚੀਜ਼ ਦਾ ਚੇਤਾ ਰੱਖਦੇ ਨੇ ਉਹ ਸਫਲ ਵਪਾਰੀ ਹਨ। ਨਾਨਕ ਤਾਕੈ ਸਦ ਬਲਿਹਾਰੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇੱਦਾਂ ਦੇ ਵਪਾਰੀਆਂ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ। ਔਰ ਬਹੁਤ ਜਗ੍ਹਾ 'ਤੇ ਗੁਰੂ ਮਹਾਰਾਜ ਨੇ ਬਾਣੀ 'ਚ ਸਾਨੂੰ ਇਹ ਪ੍ਰੇਰਣਾ ਵੀ ਕੀਤੀ ਹੈ, ਵਣਜ ਕਰੋ ਵਣਜਾਰਿਓ, ਵੱਖਰ ਲਹੋ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭੈ ਨਾੜ। ਸੋ ਸਤਿਗੁਰੂ ਮਿਹਰ ਕਰਨ। ਜੋ ਸ਼ਬਦ ਆਪਾਂ ਕੀਰਤਨ ਰੂਪ 'ਚ ਸ਼ਰਵਣ ਕੀਤੇ ਨੇ, ਇਹ ਪਾਵਨ ਬਚਨ ਸਾਡੇ ਸਭਨਾਂ ਦੇ ਹਿਰਦਿਆਂ 'ਚ ਵਸਣ। ਸੱਚ ਵੱਖਰ ਦੇ ਵਪਾਰੀ ਬਣੀਏ, ਮੁਖ ਉਜਲਾ ਹੋਵੇ, ਜੀਵਨ ਸਫਲ ਹੋਵੇ। ਕੀਰਤਨ ਉਪਰੰਤ ਆਓ ਗੁਰਬਾਣੀ ਵਿਚਾਰ ਦੀ ਲੜੀ ਦੇ ਨਾਲ ਮਨ ਬਿਰਤੀਆਂ ਨੂੰ ਜੋੜੀਏ। ਭਗਤ ਕਬੀਰ ਸਾਹਿਬ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਸ਼ਲੋਕਾਂ ਦੀ ਨਿਤਾ ਪ੍ਰਤੀ ਵਿਚਾਰ ਆਪ ਜੀ ਸ਼ਰਵਣ ਕਰਦੇ ਹੋ। ਸੋ ਵਿਚਾਰ ਦੀ ਲੜੀ ਆਰੰਭਣ ਤੋਂ ਪਹਿਲਾਂ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਅਦਬ ਸਹਿਤ ਪ੍ਰਵਾਨ ਕਰੋ। ਪਿਆਰ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 149 ਸ਼ਲੋਕਾਂ ਤੱਕ ਦੀ ਵਿਚਾਰ ਪਿਛਲੀਆਂ ਦੀਵਾਨਾਂ 'ਚ ਆਪ ਜੀ ਨੇ ਸ਼ਰਵਣ ਕੀਤੀ ਹੈ। ਇਸ ਤੋਂ ਅਗਲੇਰੇ ਬਚਨਾਂ ਦੀ ਵਿਚਾਰ ਅੱਜ ਆਪਾਂ ਸਾਂਝੀ ਕਰਾਂਗੇ। ਕੱਲ੍ਹ 4 ਸ਼ਲੋਕਾਂ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ। ਜਿਹੜੇ ਸ਼ਲੋਕ ਇੱਕ ਲੜੀ ਦੇ ਸ਼ਲੋਕ ਸਨ, ਇੱਕ ਗਰੁੱਪ ਦੇ ਰੂਪ ਦੇ ਵਿੱਚ ਉਹ 4 ਸ਼ਲੋਕ, ਜਿਨ੍ਹਾਂ ਸ਼ਲੋਕਾਂ ਰਾਹੀਂ ਕਬੀਰ ਸਾਹਿਬ ਜੀ ਨੇ ਸਾਡੇ ਸਾਹਮਣੇ ਵੱਖਰੇ ਵੱਖਰੇ ਦ੍ਰਿਸ਼ਟਾਂਤ ਵੀ ਰੱਖੇ ਕਿ ਸੇਵਕ ਦਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਉਹਦਾ ਸੁਭਾਅ, ਉਹਦਾ ਆਚਾਰ ਕਿਰਦਾਰ, ਸਮਾਜ ਅੰਦਰ ਪਰਿਵਾਰ ਅੰਦਰ ਵਿਚਰਦਿਆਂ ਹੋਇਆਂ ਵਿਹਾਰ ਕਿਸ ਪੱਧਰ ਦਾ ਹੋਏ। ਉਦਾਹਰਣਾਂ ਦਿੱਤੀਆਂ। ਫਿਰ ਅਖੀਰ 'ਤੇ ਜਾ ਕੇ ਕਬੀਰ ਸਾਹਿਬ ਕਹਿਣ ਲੱਗੇ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਵਾਹਿਗੁਰੂ ਦਾ, ਪਰਮੇਸ਼ਰ ਦਾ ਸੇਵਕ ਪਰਮੇਸ਼ਰ ਵਰਗਾ ਹੋਣਾ ਚਾਹੀਦਾ ਹੈ। ਗੁਰੂ ਦਾ ਸਿੱਖ ਗੁਰੂ ਵਰਗਾ ਹੋਏ। ਬਸ ਸਿੱਖ 'ਚੋਂ ਗੁਰੂ ਦੇ ਦਰਸ਼ਨ ਹੋਣ, ਇੱਦਾਂ ਦਾ ਗੁਰੂ ਕਾ ਸਿੱਖ ਹੋਏ। ਸਾਡਾ ਗੁਰੂ ਕੌਣ ਹੈ? ਬਾਣੀ ਗੁਰੂ। ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਕੌਣ ਹੈ? ਸ਼ਬਦ ਗੁਰ ਪੀਰਾ, ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਉਰਾਨੰ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਿੱਖ ਕਿੱਦਾਂ ਦਾ ਹੋਵੇ? ਸ਼ਬਦ ਗੁਰੂ ਵਰਗਾ।
सतगुर की बाणी सत स्वरूप है, गुरबाणी बणी है। बाणी वर्गे असी बनना है, गुरबाणी वर्गे। जिदां दी निर्मलताई गुरु की बाणी च है, उसे तरह की निर्मलताई सिख दे जीवन च होए। जिवें समुच्चा संसार गुरबाणी तो सेध लैंदा है, सिख दा जीवन भी इदां दा होवे कि समुच्चा संसार सिख दे जीवन तो सेध लवे। जिवें गुरबाणी मनुखता नूं सीधे रस्ते ते पाउंदी है, भुलियां भटकियां नूं गुरु का शब्द रस्ता विखाउंदा है, सिख दा जीवन भी बिल्कुल इसे तरह भुलियां भटकियां नूं सीधे रस्ते पाउण वाला होवे। गुरु दा किसे नाल कोई वैर नहीं है, गुर पूरा निर्वैर है। सिख भी निर्वैर होवे, सिख दा भी किसे नाल वैर ना हो। गुरु परोपकारी है, सिख भी परोपकारी होवे। गुरु दयालु है, सिख भी दयालु होवे। सिख बिल्कुल गुरु वर्गा होना चाहिए है, सेवक बिल्कुल भगत परमेश्वर वर्गा होना चाहिए है। ਉਹਦੇ ਤੋਂ ਬਿਨਾਂ ਹੋਰ ਜਿਹੜੀ ਮਰਜ਼ੀ ਦੂਜੀ ਉਦਾਹਰਨ ਦ੍ਰਿਸ਼ਟਾਂਤ ਅਸੀਂ ਰੱਖੀਏ ਜੀ, ਸੇਵਕ ਇੱਦਾਂ ਦਾ ਹੋਵੇ, ਸੇਵਕ ਇੱਦਾਂ ਦਾ ਹੋਵੇ, ਉਹ ਸਭ ਗੱਲਾਂ ਅਧੂਰੀਆਂ ਹਨ। ਪੂਰੇ ਬਣਨ ਦੇ ਲਈ ਪੂਰੇ ਵਰਗਾ ਬਣਨਾ ਪਵੇਗਾ। ਤੇ ਪੂਰਾ ਕੌਣ ਹੈ? ਕੇਵਲ ਇੱਕ ਅਕਾਲ ਪੁਰਖ ਪਰਮਾਤਮਾ। ਉਹਦੇ ਤੋਂ ਬਿਨਾਂ ਜਗਤ ਹਰ ਚੀਜ਼ ਇੱਥੇ ਅਧੂਰੀ ਹੈ। हर जन ऐसा चाहिए जैसा हर ही होए। इदों अगे अज दे पावन बचना च प्रथम 150 नंबर श्लोक अंदर कबीर साहब जी फरमान करते हैं, ऊच भवन कन कामनी शिखर तजा फहराए। कोई मनुख बहुत अमीर होए। हुण गुरबाणी च वेखो अमीरी ते गरीबी बारे अनेकां तरह के प्रमाण आउंदे हन। एक तो है साडा बाहर दा नज़रिया, अमीर कौन है? बाहर दी जिहड़ी अखरां शब्दां जां समाज दी एक परिभाषा है कि जिहड़े मनुख दे कोल चोखा धन है, कारोबार सोहणे चलदे ने, रहण खाण पीण भोगण दे लई सहूलतां मौजूद हन, उहनूं असीं कहिंदे हां बड़ा अमीर है, बड़ा तकड़ा है। और गरीब इदों उल्ट, जिहदे कोल नहीं है सारे साधन, वो गरीब है। गुरु महाराज सच्चे पातशाह जी ने भी अमीरी ते गरीबी की गल कीती है, पर उन्होंने बाहर दी धन दे नाल, बाहर दी दौलत दे नाल जोड़ के अमीरी ते गरीबी नूं नहीं रखिया है। क्योंकि गुरु की नज़र दे विच असली दौलत, असली धन किहड़ा है? परमेश्वर दा नाम रूपी धन। और महाराज कहते वो धनी है जिहदे कोल वाहिगुरू दा नाम धन है, वो कंगाल है जिहड़ा नाम धन तो सखना है। गुरु नानक महाराज जिस वक्त दूनी चंद नूं मिले, महाराज ने उन्हों कंगाल कह के संबोधन किया, ए कंगाला तू की लैण आया साडे दरबार च? ते हुण कंगाल कौन हुंदा है? जिहदे कोल कुछ भी ना, तन ते पहनण तक दे लई जिहदे कोल कपड़े भी ना होण, वो है कंगाल। ते दुनी चंद दे कोल ते एक तो एक कीमती पोशाक लिबास मौजूद है, और बड़ा कीमती लिबास उन्हें पहनिया होया सी जदों गुरु के दरबार च हाजिर होया है। पर सतगुरु की कहिंदे ने, कंगाला तू इत्थे की लैण आया है? ये हैरान होया, अगे पिछे वेख्या, क्योंकि किन्ने सतसंगी गुरु के दरबार च आउंदे ने जांदे ने, इधर उधर वेख्या, किसी होर नूं ना महाराज ने क्या होवे, क्योंकि मैं किहड़ा कंगाल, मैनू थोड़ा गुरु कह सकते हैं। पर इधर उधर वेख्या कोई ना होर, ते गुरु महाराज ने भी कह दिता, इधर उधर की वेख रहा, तेनू ही किया है, कंगाला तू इत्थे की लैण आया? हुण ये 4 कदम अगे हो के महाराज दे कोल आके अपनी अमीरी दसदा, महाराज तुहानू भुलेखा लग्या जे, मैं कोई कंगाल नहीं हाँ, मैं कोई गरीब नहीं हाँ,
ਮੇਰੇ ਕੋਲ ਤੇ ਬੜਾ ਧਨ ਹੈ, ਇੰਨਾ ਧਨ ਉਹਨਾਂ ਧਨ ਤੇ ਹੋ ਸਕਦਾ ਤੁਹਾਡੇ ਬਾਬਿਆਂ ਦਾਦਿਆਂ ਦੇ ਕੋਲ ਨਾ ਹੋਵੇ ਜਿੰਨਾ ਧਨ ਦੁਨੀ ਚੰਦ ਦੇ ਕੋਲ ਹੈ। ਤੁਸੀਂ ਕੰਗਾਲ ਕਹਿ ਰਹੇ ਜੇ, ਕੰਗਾਲ ਕਹਿ ਰਹੇ ਜੇ। ਹੁਣ ਇੱਕ ਜੇ ਬਾਹਰੀ ਦੁਨਿਆਵੀ ਨਜ਼ਰੀਏ ਤੋਂ ਵੇਖੀਏ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੁਨੀ ਚੰਦ ਬਾਹਰੀ ਨਜ਼ਰੀਏ ਦੇ ਨਾਲ ਕੰਗਾਲ ਨਹੀਂ ਹੈ, ਬਹੁਤ ਤਕੜਾ ਹੈ, ਬੜਾ ਅਮੀਰ ਹੈ। ਔਰ ਲਾਹੌਰ ਦੇ ਚੋਟੀ ਦੇ ਅਮੀਰਾਂ ਦੇ ਵਿੱਚੋਂ, ਧਨਾਡਾਂ ਦੇ ਵਿੱਚੋਂ ਇੱਕ ਹੈ ਦੁਨੀ ਚੰਦ, ਮੰਨਿਆ ਹੋਇਆ ਧਨਾਡ ਪੁਰਖ। ਪਰ ਕਿਹੜਾ ਧਨ ਹੈ ਉਹਦੇ ਕੋਲ? ਬਾਹਰ ਦਾ ਧਨ। ਤੇ ਗੁਰੂ ਤੇ ਉਸ ਧਨ ਦੇ ਨਾਲ ਅਮੀਰੀ ਗਰੀਬੀ ਨੂੰ ਨਾਪਦੇ ਹੀ ਨਹੀਂ ਹਨ। ਨਾਮ ਧਨ ਪੱਲੇ ਨਹੀਂ ਸੀ, ਜਿਸ ਕਰਕੇ ਗੁਰੂ ਨੇ ਕਿਹਾ ਤੂੰ ਕੰਗਾਲ ਹੈ। ਉਦੋਂ ਭਾਵੇਂ ਇਹਨੂੰ ਸਮਝ ਨਾ ਆਈ, ਪਰ ਬਾਅਦ 'ਚ ਜਦੋਂ ਇਹਨੇ ਗੁਰੂ ਕੀ ਸੰਗਤ ਕੀਤੀ, ਗੁਰੂ ਕਾ ਉਪਦੇਸ਼ ਸੁਣਿਆ, ਇੱਕ ਸੂਈ ਦੇ ਰਾਹੀਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਇਹਨੂੰ ਅਹਿਸਾਸ ਕਰਵਾਇਆ, ਫਿਰ ਇਹਨੂੰ ਸਮਝ ਪਈ ਕਿ ਕਿਹੜੇ ਧਨ ਦਾ ਮੈਂ ਮਾਣ ਕਰ ਰਿਹਾ ਹਾਂ। ਜਿਹੜਾ ਧਨ ਨਾਲ ਚੱਲਣ ਵਾਲਾ, ਜਿਹੜਾ ਧਨ ਜਿੰਦ ਆਤਮਾ ਦਾ ਸੰਗੀ ਹੈ, ਉਹ ਧਨ ਤੇ ਮੇਰੇ ਕੋਲ ਹੈ ਹੀ ਨਹੀਂ ਹੈ। ਤੇ ਉਸ ਧਨ ਤੋਂ ਬਿਨਾਂ ਤੇ ਮੇਰੀ ਆਤਮਾ ਵਾਕਿਆ ਕੰਗਾਲ ਹੈ, ਸਖਣੀ ਹੈ। ਉਸ ਧਨ ਤੋਂ ਬਿਨਾਂ ਤੇ ਮੇਰੀ ਆਤਮਾ ਸਖਣੀ ਹੈ। ਫਿਰ ਝੁਕ ਗਿਆ ਮਹਾਰਾਜ, ਹਾਂ ਮੈਂ ਕੰਗਾਲ ਹਾਂ, ਤੁਸੀਂ ਜੋ ਕਿਹਾ ਸੀ ਸੱਚ ਕਿਹਾ ਸੀ। ਗੁਰੂ ਮਹਾਰਾਜ ਕਹਿੰਦੇ ਜਿਨ ਕੈ ਹਿਰਦੈ ਧਨ ਵਸੈ ਤਿੰਨਾ ਨਾਉ ਫਕੀਰ। ਇੱਥੇ ਫਕੀਰ ਦਾ ਅਰਥ ਹੈ ਕੰਗਾਲ। ਜਿਨ੍ਹਾਂ ਦੇ ਅੰਦਰ ਬਾਹਰ ਕੇਵਲ ਧਨ ਦੀ ਸੋਚ ਬਿਰਤੀ ਧਨ ਤੱਕ ਅਟਕੀ ਹੈ, ਧਨ ਮਾਇਆ ਦੇ ਅਡੰਬਰ 'ਚ ਹੀ ਜਿਹੜੇ ਅਟਕੇ ਨੇ, ਅਸਲ ਦੇ ਵਿੱਚ ਉਹ ਕੰਗਾਲ ਹਨ। ਜਿਨ ਕੈ ਹਿਰਦੈ ਧਨ ਵਸੈ ਤਿੰਨਾ ਨਾਉ ਫਕੀਰ, ਜਿਨ ਕੈ ਅੰਤਰ ਤੂੰ ਵਸੈ ਤੇ ਨਰ ਗੁਣੀ ਗਹੀਰ। ਮਹਾਰਾਜ ਕਹਿੰਦੇ ਉਹ ਗੁਣਾਂ ਦੇ ਖਜ਼ਾਨੇ ਹਨ ਜਿਨ੍ਹਾਂ ਦੇ ਅੰਦਰ ਰੱਬ ਵਸਦਾ ਹੈ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤ। ਜਿਹਦੇ ਪੱਲੇ ਵਾਹਿਗੁਰੂ ਦੀ ਸਿਫਤ ਸਲਾਹ ਦਾ ਧਨ, ਉਹ ਤੇ ਹੈ ਪਾਤਸ਼ਾਹਾਂ ਦਾ ਪਾਤਸ਼ਾਹ। ਜਿਸ ਨਾਮ ਹਿਰਦੈ ਸੋਈ ਵੱਡ ਰਾਜਾ, ਉਹ ਹੈ ਅਸਲੀ ਵੱਡਾ ਰਾਜਾ, ਜਿਹਦੇ ਕੋਲ ਉਹ ਦੌਲਤ ਹੈ ਜਿਹੜੀ ਦੌਲਤ ਕਦੇ ਖਤਮ ਹੋਣ ਵਾਲੀ ਨਹੀਂ ਹੈ, ਜਿਹੜਾ ਧਨ ਕਦੇ ਖਤਮ ਹੋਣ ਵਾਲਾ ਨਹੀਂ ਹੈ। ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੇ ਜਾਏ। ਹੁਣ ਕਬੀਰ ਸਾਹਿਬ ਕਹਿੰਦੇ ਕੋਈ ਬੰਦਾ ਬੜਾ ਧਨੀ ਹੋਏ, ਬੜਾ ਉੱਚਾ ਉਹਦਾ ਮਹਿਲ ਹੋਵੇ, ਸੋਨੇ ਦਾ ਕਾਮਣੀ ਦਾ ਕੋਈ ਉਸ ਮਹਿਲ ਦੇ ਅੰਦਰ ਘਾਟਾ ਨਾ ਹੋਵੇ, ਬੇਸ਼ੁਮਾਰ ਸੋਨਾ ਹੋਵੇ, ਸਿਖਰ ਧਜਾ ਫਹਿਰਾਏ, ਤੇ ਉਹ ਮਹਿਲ ਦੇ ਐਨ ਸਿਖਰ ਤੇ ਬੰਦੇ ਦੀ ਵਡਿਆਈ ਦੇ ਝੰਡੇ ਵੀ ਝੂਲਦੇ ਹੋਣ, ਵਡਿਆਈ ਵੀ ਬੜੀ ਹੋਵੇ ਕਿਸੇ ਦੀ, ਧਨ ਵੀ ਬੜਾ, ਸੋਨਾ ਵੀ ਬੜਾ, ਮਹਿਲ ਵੀ ਬੜਾ ਹੈ, ਉੱਚੇ ਝੰਡੇ ਵੀ ਝੂਲਦੇ ਨੇ, ਭਾਵ ਸ਼ੋਭਾ ਵਡਿਆਈ ਵੀ ਲੋਕ ਬੜੀ ਕਰਦੇ ਨੇ, ਪਰ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦਾ, ਇਬਾਦਤ ਦਾ ਧਨ ਪੱਲੇ ਨਹੀਂ ਹੈ। ਉਸ ਧਨ ਤੋਂ ਜੀਵਨ ਸਖਣਾ ਹੈ। ਤੇ ਜਿਹਦੇ ਪੱਲੇ ਵਾਹਿਗੁਰੂ ਦੀ ਇਬਾਦਤ ਦਾ ਧਨ ਨਹੀਂ ਹੈ, ਫਿਰ ਉਹ ਬੰਦਾ, ਕਬੀਰ ਸਾਹਿਬ ਕਹਿੰਦੇ ਸਾਡੀ ਨਜ਼ਰ ਦੇ ਵਿੱਚ ਤੇ ਕੁਝ ਨਹੀਂ ਹੈ। ਇੱਦਾਂ ਦੇ ਸੁੱਖ ਤੋਂ ਕੀ ਲੈਣਾ ਜਿਹੜਾ ਸੁੱਖ ਬਾਹਰ ਦੀਆਂ ਸਹੂਲਤਾਂ ਤੇ ਹਨ, ਪਰ ਪਰਮਾਤਮਾ ਤੋਂ ਤੋੜਨ ਵਾਲੇ ਪਦਾਰਥ ਹਨ। ਤਾਂ ਤੇ ਭਲੀ ਮਧੂਕਰੀ ਸੰਤ ਸੰਗ ਗੁਣ ਗਾਏ। ਕਬੀਰ ਸਾਹਿਬ ਨੇ ਵੇਖੋ ਦੋਵੇਂ ਪੱਖ ਰੱਖੇ। ਕਹਿੰਦੇ ਇੱਕ ਪਾਸੇ ਉੱਚੇ ਮਹਿਲ ਮਨਾਰੇ ਹੋਣ, ਸਿਖਰ ਤੇ ਝੁੱਲਦੇ ਝੰਡੇ ਹੋਣ, ਹੋਵੇ ਬੰਦੇ ਦਾ ਜੀਵਨ ਰੱਬ ਦੀ ਇਬਾਦਤ ਤੋਂ ਟੁੱਟਾ, ਉਸ ਜੀਵਨ ਦੇ ਨਾਲੋਂ ਤੇ ਉਹ ਮੰਗ ਮੰਗ ਕੇ ਖਾਧੀ ਹੋਈ ਭਿੱਖਿਆ ਕਈ ਗੁਣਾ ਬਿਹਤਰ ਹੈ, ਜਿਹੜੇ ਗਰੀਬੀ ਦੇ ਜੀਵਨ ਦੇ ਵਿੱਚ ਬੰਦਾ ਸਤ ਸੰਗਤ ਦੇ ਵਿੱਚ ਜੁੜ ਕੇ ਵਾਹਿਗੁਰੂ ਦੇ ਗੁਣ ਗਾ ਰਿਹਾ ਹੈ, ਕਿਸੇ ਦਾ ਬੁਰਾ ਨਹੀਂ ਕਰਦਾ ਹੈ, ਭਲਾ ਭਲਾ ਕਰਦਿਆਂ ਹੋਇਆਂ, ਮਾਲਕ ਦਾ ਨਾਮ ਧਿਆਉਂਦਿਆਂ ਹੋਇਆਂ ਤੇ ਜੀਵਨ ਬਤੀਤ ਕਰ ਰਿਹਾ ਹੈ। ਉੱਦਾਂ ਦੀ ਗਰੀਬੀ ਉਸ ਸਿਖਰ ਤੇ ਝੁੱਲਦੇ ਹੋਏ ਝੰਡਿਆਂ ਦੀ ਅਮੀਰੀ ਤੋਂ ਵੀ ਕਈ ਗੁਣਾ ਬਿਹਤਰ ਹੈ, ਜਿਸ ਗਰੀਬੀ ਦੇ ਵਿੱਚ ਕਰਤਾਰ ਦਾ ਸ਼ੁਕਰਾਨਾ ਹੈ, ਸਰਬੱਤ ਦਾ ਭਲਾ ਹੈ। ਭਾਈ ਲਾਲੋ ਦੀ ਗਰੀਬੀ ਨੂੰ ਗੁਰੂ ਨਾਨਕ ਨੇ ਗਲਵੱਕੜੀ ਦੇ ਨਾਲ ਲਾਇਆ ਹੈ, ਤੇ ਮਲਕ ਭਾਗੋ ਦੀ ਅਮੀਰੀ ਨੂੰ ਗੁਰੂ ਨੇ ਠੋਕਰ ਮਾਰ ਦਿੱਤੀ ਕਿ ਨਹੀਂ, ਇਹ ਪ੍ਰਵਾਨ ਨਹੀਂ ਹੋ ਸਕਦਾ ਹੈ। ਅੱਗੇ ਇਸੇ ਵਿਚਾਰ ਦੇ ਨਾਲ ਜੁੜਦਾ ਅਗਲਾ ਸ਼ਲੋਕ ਕਬੀਰ ਸਾਹਿਬ ਫਰਮਾਨ ਕਰਦੇ ਹਨ, ਕਬੀਰ ਪਾਟਨ ਤੇ ਉਜਰ ਭਲਾ
ਰਾਮ ਭਗਤ ਜਿਹ ਠਾਏ। ਕਬੀਰ ਸਾਹਿਬ ਕਹਿੰਦੇ ਕੋਈ ਬਹੁਤ ਵਸਦਾ ਹੋਇਆ ਸ਼ਹਿਰ ਹੋਵੇ, ਬੜੀ ਚਹਿਲ ਪਹਿਲ ਹੋਵੇ। ਪਾਟਨ ਸ਼ਬਦ ਦਾ ਮਤਲਬ ਹੈ ਸ਼ਹਿਰ। ਧੰਨ ਬਾਬਾ ਫਰੀਦ ਸਾਹਿਬ ਜੀ ਜਿਸ ਨਗਰ ਦੇ ਨਾਲ ਸੰਬੰਧ ਰੱਖਦੇ ਹਨ ਉਹ ਨਗਰ ਹੈ ਪਾਕਪਟਨ, ਭਾਵ ਪਾਕ ਸ਼ਹਿਰ, ਦਰਵੇਸ਼ ਦਾ ਸ਼ਹਿਰ। ਕਬੀਰ ਸਾਹਿਬ ਇੱਥੇ ਗੱਲ ਕਰ ਰਹੇ ਹਨ ਉਸ ਸ਼ਹਿਰ ਦੀ ਜਿੱਥੇ ਬਾਹਰੀ ਤੌਰ 'ਤੇ ਬਹੁਤ ਚਹਿਲ ਪਹਿਲ ਹੈ, ਬਹੁਤ ਲੋਕ ਵਸਦੇ ਨੇ, ਪਰ ਜਿੰਨੇ ਵਸਦੇ ਨੇ ਸਭ ਦੀ ਬਿਰਤੀ ਮਾਇਆ ਲਤਾੜੀ ਹੋਈ ਬਿਰਤੀ ਹੈ, ਮਾਇਆ ਗ੍ਰਸੀ ਹੋਈ ਬਿਰਤੀ ਹੈ, ਮਾਇਆ 'ਚ ਗ੍ਰਸਤ ਲੋਕ ਰਹਿੰਦੇ ਨੇ, ਪਰਮਾਤਮਾ ਦੀ ਭਗਤੀ ਵਾਲਾ ਕੋਈ ਨਹੀਂ ਹੈ। ਕਹਿੰਦੇ ਇੱਦਾਂ ਦੇ ਵਸਦੇ ਹੋਏ ਸ਼ਹਿਰ ਦੇ ਨਾਲੋਂ ਉਜਾੜ ਭਲੀ ਹੈ ਰਾਮ ਭਗਤ ਜਿਹ ਠਾਏ, ਜਿੱਥੇ ਪਰਮਾਤਮਾ ਦਾ ਭਗਤ ਵਸ ਰਿਹਾ ਹੈ। ਦੁਨੀਆ ਦੇ ਲੋਕ ਭਾਵੇਂ ਉਹਨੂੰ ਉਜਾੜ ਕਹਿਣ, ਪਰ ਅਸਲ ਦੇ ਵਿੱਚ ਉਹ ਉਜਾੜ ਵੀ ਵਸਦੀ ਹੋਈ ਆਬਾਦੀ ਵਾਲੀ ਜਗ੍ਹਾ ਤੋਂ ਕਈ ਗੁਣਾ ਬਿਹਤਰ ਹੈ। ਕਿਉਂਕਿ ਗੁਰੂ ਸਾਹਿਬ ਦਾ ਬਚਨ ਹੈ, ਕਹਿੰਦੇ ਬਸੰਤ ਸਵਰਗ ਲੋਕੈ ਜਿਤ ਤੇ ਪ੍ਰਿਥਵੀ ਨਵ ਖੰਡਣੈ, ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ, ਕੌਤਕ ਕੋਡ ਤਮਾਸ਼ਿਆਂ ਚਿਤ ਨ ਆਵਸ ਨਾਉ, ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਉ। ਜਿਹੜੀ ਜਗ੍ਹਾ ਤੇ ਬੰਦਾ ਵਸਦਾ ਹੈ, ਸੋਹਣਾ ਘਰ ਵੀ ਭਾਵੇਂ ਹੋਵੇ, ਇਲਾਕਾ ਨਗਰ ਬਹੁਤ ਸੋਹਣਾ ਹੋਵੇ, ਸੁੱਖ ਸਹੂਲਤਾਂ ਭਾਵੇਂ ਸਭ ਮੌਜੂਦ ਹੋਣ, ਪਰ ਜੇ ਪਰਮਾਤਮਾ ਯਾਦ ਨਹੀਂ ਹੈ, ਘਰ ਦੇਣ ਵਾਲਾ ਨਿਰੰਕਾਰ, ਸੁੱਖ ਦੇਣ ਵਾਲਾ, ਜੀਵਨ ਦੇਣ ਵਾਲਾ ਦਾਤਾਰ ਜੇ ਚੇਤੇ ਨਹੀਂ ਹੈ, ਤੇ ਹਜੂਰ ਕਹਿੰਦੇ ਉਹ ਜਗ੍ਹਾ ਕਰੋੜਾਂ ਨਰਕਾਂ ਦੇ ਬਰਾਬਰ ਸਮਝੋ, ਜਿੱਥੇ ਰਹਿੰਦਿਆਂ ਕਦੇ ਰੱਬ ਚੇਤੇ ਹੀ ਨਹੀਂ ਹੈ, ਜਿੱਥੇ ਰਹਿੰਦਿਆਂ ਅਕਾਲ ਪੁਰਖ ਪਰਮੇਸ਼ਰ ਹੀ ਚੇਤੇ ਨਹੀਂ ਹੈ, ਉਹ ਜਗ੍ਹਾ ਮਤ ਸਮਝੋ ਵਸਦੀ ਹੋਈ ਹੈ, ਉਹ ਜਗ੍ਹਾ ਤੇ ਅਸਲ ਦੇ ਵਿੱਚ ਉਜਾੜ ਹੈ। ਕਬੀਰ ਪਾਟਨ ਤੇ ਉਜਰ ਭਲਾ ਰਾਮ ਭਗਤ ਜਿਹ ਠਾਏ। ਕਹਿੰਦੇ ਉਸ ਵਸਦੀ ਹੋਈ ਜਗ੍ਹਾ ਤੋਂ ਉਜਾੜ ਕਿਸੇ ਕਈ ਗੁਣਾ ਬਿਹਤਰ ਹੈ ਰਾਮ ਭਗਤ ਜਿਹ ਠਾਏ, ਜਿਹੜੀ ਉਜਾੜ ਦੇ ਵਿੱਚ ਪਰਮਾਤਮਾ ਦਾ ਭਗਤ ਬੈਠਾ। ਕਿਉਂਕਿ ਭਗਤ ਜਿੱਥੇ ਵੀ ਬਹਿੰਦਾ ਉੱਥੇ ਜੰਗਲ ਦੇ ਵਿੱਚ ਹੀ ਮੰਗਲ ਲੱਗ ਜਾਂਦੇ ਨੇ। ਜਿਹੜੀ ਜਗ੍ਹਾ ਤੇ ਗੋਇੰਦਵਾਲ ਸਾਹਿਬ ਨਗਰ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਵਸਾਇਆ, ਇਹ ਗੋਇੰਦੇ ਖੱਤਰੀ ਦੀ ਜਗ੍ਹਾ ਸੀ, ਤੇ ਇਹਦੀ ਇੱਛਾ ਸੀ ਕਿ ਇਸ ਜਗ੍ਹਾ ਤੇ ਨਗਰ ਵਸੇ। ਇਹਨੇ ਆਪਣੇ ਵੱਲੋਂ ਬੜੀ ਵਾਰ ਨਗਰ ਵਸਾਉਣ ਦਾ ਯਤਨ ਕੀਤਾ, ਪਰ ਸ਼ਰੀਕੇ ਵਾਲੇ ਬੜੀ ਇਹਦੇ ਨਾਲ ਈਰਖਾ ਕਰਦੇ ਸਨ। ਇਹਨੇ ਦਿਨ ਵੇਲੇ ਉਸਾਰੀਆਂ ਕਰਨੀਆਂ, ਉਹਨਾਂ ਨੇ ਰਾਤ ਵੇਲੇ ਕੰਧਾਂ ਕੁੰਧਾਂ ਢਾਹ ਜਾਣੀਆਂ, ਇੱਦਾਂ ਹੋਰ ਚੀਜ਼ਾਂ ਸੁੱਟ ਜਾਣੀਆਂ। ਇੱਦਾਂ ਦਾ ਇਹਦੇ ਮਨ ਅੰਦਰ ਇੱਕ ਡਰਾਵਾ ਪਾ ਦਿੱਤਾ ਕਿ ਇੱਥੇ ਤੇ ਭੂਤਾਂ ਪ੍ਰੇਤਾਂ ਦਾ ਵਾਸਾ ਹੈ, ਇਹ ਜਗ੍ਹਾ ਤੇ ਵਸ ਹੀ ਨਹੀਂ ਸਕਦੀ, ਇਹ ਤੇ ਜਗ੍ਹਾ ਉਜਾੜ ਹੈ, ਉਜਾੜ। ਤੇ ਆਮ ਤੌਰ ਤੇ ਪੁਰਾਣੇ ਸਮਿਆਂ 'ਚ ਜਾਂ ਹੁਣ ਵੀ ਕਿਸੇ ਕਿਸੇ ਜਗ੍ਹਾ ਤੇ ਇੱਦਾਂ ਦੀਆਂ ਵਿਚਾਰਾਂ ਪ੍ਰਚਲਿਤ ਹੁੰਦੀਆਂ ਨੇ। ਕੋਈ ਪੁਰਾਣੀ ਜੀ ਸੁੰਨਸਾਨ ਜਗ੍ਹਾ ਹੋਵੇ, ਹਨੇਰ ਘੁੱਪ ਹਨੇਰ ਵਾਲੀ ਡਰਾਉਣੀ ਜਿਹੀ ਜਗ੍ਹਾ ਤੇ ਲੋਕ ਸੋਚਦੇ ਹਨ ਕਿ ਇਹ ਉਜਾੜ ਹੈ, ਇੱਥੇ ਤੇ ਕੋਈ ਭੂਤਾਂ ਪ੍ਰੇਤਾਂ ਦਾ ਵਾਸਾ। ਲੋਕ ਡਰਦੇ ਘਬਰਾਉਂਦੇ ਉੱਧਰ ਜਾਂਦੇ ਨਹੀਂ। ਗੋਇੰਦੇ ਨੇ ਉਹ ਜਗ੍ਹਾ ਵਸਾਉਣ ਦਾ ਯਤਨ ਕੀਤਾ। ਸ਼ਰੀਕੇ ਵਾਲਿਆਂ ਨੇ ਇੱਦਾਂ ਦੀਆਂ ਚਾਲਾਂ ਚੱਲੀਆਂ ਕਿ ਇੱਕ ਐਸਾ ਭਰਮ ਫੈਲਾ ਦਿੱਤਾ ਕਿ ਇੱਥੇ ਤੇ ਭੂਤਾਂ ਪ੍ਰੇਤਾਂ ਦਾ ਵਾਸਾ, ਇਹ ਜਗ੍ਹਾ ਤੇ ਕਦੇ ਵਸ ਹੀ ਨਹੀਂ ਸਕਦੀ ਹੈ, ਕਦੇ ਨਹੀਂ ਵਸ ਸਕਦੀ ਹੈ। ਹੁਣ ਉਹ ਗੁਰੂ ਮਹਾਰਾਜ ਜੀ ਦੀ ਹਜ਼ੂਰੀ 'ਚ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰਬਾਰ 'ਚ ਆਇਆ ਖੰਡੂਰ ਸਾਹਿਬ ਵਿਖੇ, ਔਰ ਉਹਨੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਮੈਂ ਚਾਹੁੰਦਾ ਹਾਂ ਉਹ ਉੱਥੇ ਜਗ੍ਹਾ ਆਬਾਦ ਹੋਵੇ, ਨਗਰ ਵਸੇ, ਪਰ ਸਭ ਕਹਿੰਦੇ ਹਨ ਕਿ ਉੱਥੇ ਤੇ ਭੂਤਾਂ ਪ੍ਰੇਤਾਂ ਦਾ ਵਾਸਾ, ਉਹ ਤੇ ਉਜਾੜ ਹੈ, ਉਹ ਜਗ੍ਹਾ ਤੇ ਕਦੇ ਵਸ ਹੀ ਨਹੀਂ ਸਕਦੀ ਹੈ। ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਕੋਈ ਨਾ, ਤੇਰੀ ਇੱਛਾ ਜ਼ਰੂਰ ਪੂਰੀ ਹੋਏਗੀ। ਉੱਥੇ ਫਿਰ ਗੁਰੂ ਅੰਗਦ ਦੇਵ ਮਹਾਰਾਜ ਨੇ ਭੇਜਿਆ ਬਾਬਾ ਅਮਰਦਾਸ ਸਾਹਿਬ ਜੀ ਨੂੰ, ਜਿਹੜੇ ਬਾਅਦ 'ਚ ਗੁਰੂ ਅਮਰਦਾਸ ਬਣੇ। ਨਾਲ ਉਹਨਾਂ ਦੇ ਭੇਜਿਆ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ, ਸੇਵਾ ਲਾਈ ਕਿ ਤੁਸੀਂ ਉੱਥੇ ਜਾਵੋ ਤੇ ਉੱਥੇ ਜਾ ਕੇ ਨਗਰ ਦੀ ਉਸਾਰੀ ਦਾ ਕਾਰਜ ਆਰੰਭ ਕਰੋ। ਧੰਨ ਗੁਰੂ
ਅੰਗਦ ਦੇਵ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਨੂੰ ਹੁਕਮ ਕੀਤਾ, ਗੁਰੂ ਨਾਨਕ ਮਹਾਰਾਜ ਜੀ ਦਾ ਨਾਮ ਲੈ ਕੇ ਅਰਦਾਸ ਬੇਨਤੀ ਕਰਕੇ ਤੇ ਨਗਰ ਉਸਾਰੀ ਦੇ ਕਾਰਜ ਤੁਸੀਂ ਆਰੰਭ ਕਰ ਦਿਓ, ਗੁਰੂ ਨਾਨਕ ਆਪੇ ਰਹਿਮਤ ਕਰਨਗੇ। ਨਗਰ ਵਸੇਗਾ ਤੇ ਨਗਰ ਦਾ ਨਾਮ ਵੀ ਇਸ ਗੋਇੰਦੇ ਦੇ ਨਾਮ ਤੇ ਅਸੀਂ ਰੱਖਾਂਗੇ, ਗੋਇੰਦਵਾਲ। ਅਮਰਦਾਸ ਸਾਹਿਬ ਗਏ, ਧੰਨ ਬਾਬਾ ਬੁੱਢਾ ਸਾਹਿਬ ਗਏ, ਹੋਰ ਸਿੱਖਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਸੇਵਾ ਲਗਾ ਦਿੱਤੀ। ਉਹ ਉੱਥੇ ਜਾ ਕੇ ਫਿਰ ਉਹ ਉਸਾਰੀਆਂ ਆਰੰਭ ਹੋਈਆਂ। ਤੇ ਪਹਿਲਾਂ ਕੱਲਾ ਗੋਇੰਦਾ ਵਿਚਾਰਾ ਜਾਂਦਾ ਸੀ ਤੇ ਉਹ ਇਕੱਲੇ ਨੂੰ ਉਹ ਭੁਲੇਖੇ 'ਚ ਪਾ ਕੇ ਤੇ ਸਾਰਾ ਕੁਝ ਢਾਈ ਜਾਂਦੇ ਸਨ, ਭਰਮ ਫੈਲਾਈ ਜਾਂਦੇ ਸਨ। ਹੁਣ ਜਦੋਂ ਕਿੰਨਾ ਸਿੰਘਾਂ ਦਾ ਜਥਾ ਸਿੱਖਾਂ ਦਾ ਉੱਥੇ ਗਿਆ ਤੇ ਨਾਲ ਦੀ ਨਾਲ ਸ਼ਬਦ ਕੀਰਤਨ ਦੇ ਪ੍ਰਵਾਹ ਚੱਲਦੇ ਨੇ, ਉਸਾਰੀਆਂ ਦੇ ਕਾਰਜ ਚੱਲਦੇ ਹਨ ਤੇ ਥੋੜ੍ਹੇ ਦਿਨਾਂ ਦੇ ਵਿੱਚ ਉਹ ਜਗ੍ਹਾ ਆਬਾਦ ਹੋ ਗਈ, ਸੋਹਣੀ ਵਸੋਂ ਵਾਲੀ ਜਗ੍ਹਾ ਬਣ ਗਈ ਤੇ ਉਹ ਗੋਇੰਦਵਾਲ ਗੋਬਿੰਦਪੁਰੀ ਬਣ ਗਿਆ। ਹਜ਼ਾਰਾਂ ਲੱਖਾਂ ਸੰਗਤਾਂ ਅੱਜ ਉੱਥੇ ਸਿਜਦੇ ਕਰਦੀਆਂ ਨੇ। ਜਿਹੜੀ ਜਗ੍ਹਾ ਬਾਰੇ ਲੋਕ ਕਹਿੰਦੇ ਸਨ ਇਹ ਉਜਾੜ ਹੈ, ਇੱਥੇ ਵਸੋਂ ਨਹੀਂ ਹੋ ਸਕਦੀ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਰੱਬੀ ਪਿਆਰੇ ਬਹਿੰਦੇ ਹਨ ਉਹ ਜਗ੍ਹਾ ਤੇ ਪੂਜਣ ਦੇ ਯੋਗ ਹਰਿਆਵਲ ਵਾਲੀ ਜਗ੍ਹਾ, ਧਨ ਧਰਤੀ ਉਹ ਬਣਦੀ ਹੈ। ਆਨੰਦਪੁਰ ਸਾਹਿਬ ਜਿੱਥੇ ਮਹਾਰਾਜ ਨੇ ਆਨੰਦਪੁਰ ਵਸਾਇਆ, ਇਸ ਜਗ੍ਹਾ ਬਾਰੇ ਵੀ ਕਹਿੰਦੇ ਸਨ ਜੀ ਇੱਥੇ ਤੇ ਮਾਖੋ ਨਾਮਕ ਦੈਂਤ ਦਾ ਵਾਸਾ ਹੈ। ਪਿੰਡ ਸੀ ਮਾਖੋਵਾਲ ਜੀ, ਮਾਖੋ ਨਾਮਕ ਦੈਂਤ ਦਾ ਇੱਥੇ ਵਾਸਾ ਹੈ। ਉਹ ਤੇ ਇੱਥੇ ਵਸੋਂ ਹੋਣ ਹੀ ਕੋਈ ਨਹੀਂ ਦਿੰਦਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹ ਜਗ੍ਹਾ ਜ਼ਮੀਨ ਖਰੀਦੀ। ਕਈ ਤਰ੍ਹਾਂ ਦੇ ਵਹਿਮ ਭਰਮ ਫੈਲੇ ਹੋਏ ਸਨ, ਵਿਚਾਰਾਂ ਪ੍ਰਚਲਿਤ ਸਨ। ਜਗ੍ਹਾ ਖਰੀਦੀ, ਉਹ ਜਗ੍ਹਾ ਉਸਾਰੀਆਂ ਆਰੰਭ ਕੀਤੀਆਂ। ਗੁਰੂ ਨਾਨਕ ਜੀ ਦਾ ਨਾਮ ਲੈ ਕੇ ਅਰਦਾਸ ਬੇਨਤੀ ਕਰਕੇ ਸੇਵਾ ਆਰੰਭ ਹੋ ਗਈ ਔਰ ਉਹ ਅੱਜ ਉੱਥੇ ਸੋਹਣਾ ਆਨੰਦਪੁਰ ਸਾਹਿਬ ਨਗਰ ਵਸ ਰਿਹਾ ਹੈ। ਸੋ ਜਿੱਥੇ ਰੱਬੀ ਬੰਦਗੀ ਵਾਲਾ, ਭਗਤੀ ਵਾਲਾ ਕੋਈ ਪੁਰਖ ਬਹਿੰਦਾ ਹੈ ਉਹ ਜਗ੍ਹਾ ਫਿਰ ਆਬਾਦ ਹੁੰਦੀ ਹੈ, ਸੋਹਣੀ ਜਗ੍ਹਾ ਬਣਦੀ ਹੈ। ਸਾ ਧਰਤੀ ਪਈ ਹਰਿਆਵਲੀ ਬਣਦੀ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਉਹ ਥਾਨ ਸੁਹਾਵਾ ਬਣਦਾ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਵਸਦੀ ਹੋਈ ਨਾਲੋਂ ਵੀ ਉਹ ਉਜਾੜ ਹਜ਼ਾਰਾਂ ਗੁਣਾ ਬਿਹਤਰ। ਰਾਮ ਭਗਤ ਜੇ ਠਾਏ, ਜਿੱਥੇ ਪ੍ਰਮਾਤਮਾ ਦਾ ਭਗਤ ਬੈਠਾ ਹੈ ਔਰ ਰਾਮ ਸਨੇਹੀ ਬਾਹਰਾ ਜੰਮਪੁਰ ਮੇਰਾ ਭਾਏ। ਤੇ ਜਿੱਥੇ ਕੋਈ ਰੱਬ ਦੀ ਬੰਦਗੀ ਵਾਲਾ ਰਹਿੰਦਾ ਹੀ ਨਹੀਂ ਹੈ ਉਹ ਜਗ੍ਹਾ ਸਾਡੇ ਲਈ ਨਰਕਾਂ ਬਰਾਬਰ ਹੈ, ਉਜਾੜ ਹੈ ਉਹ ਜਗ੍ਹਾ। ਜਿੱਥੇ ਕੋਈ ਪਰਮਾਤਮਾ ਦਾ ਨਾਮ ਲੈਣ ਵਾਲਾ, ਪਰਮਾਤਮਾ ਦੀ ਭਗਤੀ ਵਾਲਾ ਨਹੀਂ ਬੈਠਾ, ਇੱਥੋਂ ਤੱਕ ਕਬੀਰ ਸਾਹਿਬ ਕਹਿੰਦੇ ਉਹ ਘਰ ਵੀ ਉਜਾੜ ਬਰਾਬਰ ਹੈ। ਕਬੀਰ ਜਾਂ ਕਰ ਸਾਧ ਨਾ ਸੇਵੀ ਹੈ, ਹਰ ਕੀ ਪੂਜਾ ਨਾਹੇ ਤੇ ਘਰ ਮਰਹਟ ਸਾਰ ਕੇ ਭੂਤ ਵਸੇ ਤਿੰਨ ਮਾਹੇ। ਉਹ ਘਰ ਵੀ ਉਜਾੜ, ਬੀਆਬਾਨ, ਨਰਕ ਹੀ ਸਮਝੋ, ਜਿੱਥੇ ਕਦੇ ਮਾਲਕ ਨੂੰ ਚੇਤੇ ਹੀ ਨਹੀਂ ਕੀਤਾ ਗਿਆ। ਅਗਲੇ ਸ਼ਲੋਕ 'ਚ ਕਬੀਰ ਸਾਹਿਬ ਫਰਮਾਨ ਕਰਦੇ ਹਨ, ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੁਨ ਕੇ ਘਾਟ। ਕਬੀਰ ਸਾਹਿਬ ਕਹਿੰਦੇ ਜਿਸ ਜਗ੍ਹਾ ਤੇ ਗੰਗਾ ਤੇ ਜਮਨਾ ਦਾ ਸੰਗਮ ਹੁੰਦਾ ਹੈ, ਉਹ ਵੈਸੇ ਪ੍ਰਯਾਗ ਤੀਰਥ ਜਿਹਨੂੰ ਅੱਜ ਕੱਲ੍ਹ ਇਲਾਹਾਬਾਦ ਕਿਹਾ ਜਾਂਦਾ ਹੈ, ਵੈਸੇ ਇਹਨੂੰ ਤ੍ਰਿਵੇਣੀ ਕਿਹਾ ਗਿਆ ਹੈ ਜੀ। ਇੱਥੇ 3 ਨਦੀਆਂ ਦਾ ਸੰਗਮ ਹੁੰਦਾ ਹੈ। ਹਾਲਾਂਕਿ ਬਾਹਰੋਂ 2 ਹੀ ਨਦੀਆਂ ਉੱਥੇ ਪਹੁੰਚਦੀਆਂ ਹਨ, ਗੰਗਾ ਤੇ ਜਮਨਾ, ਪਰ ਉਹ ਤੀਜੀ ਉਹਨਾਂ ਲੋਕਾਂ ਦੀ ਵਿਚਾਰ ਹੈ ਜੀ ਸਰਸਵਤੀ ਇੱਕ ਨਦੀ, ਉਹ ਗੁਪਤ ਰੂਪ ਦੇ ਵਿੱਚ ਉੱਥੇ ਪਹੁੰਚਦੀ ਹੈ ਤੇ ਇਹ 3 ਨਦੀਆਂ ਦਾ ਉੱਥੇ ਸੰਗਮ ਹੈ। ਹੁਣ ਪਿੱਛੇ ਗੰਗਾ ਦਾ ਪ੍ਰਵਾਹ ਚੱਲ ਰਿਹਾ ਹੈ ਤੇ ਪਾਣੀ ਬੜਾ ਤੇਜ਼ ਚੱਲਦਾ ਹੈ, ਜਮਨਾ ਦਾ ਪ੍ਰਵਾਹ ਚੱਲਦਾ ਹੈ ਤੇ ਪਾਣੀ ਬੜਾ ਤੇਜ਼ ਚੱਲਦਾ ਹੈ। ਜਿਸ ਜਗ੍ਹਾ ਤੇ ਹੁਣ ਇਹ ਦੋਵੇਂ ਨਦੀਆਂ ਜਾ ਕੇ ਆਪਸ ਦੇ ਵਿੱਚ ਮਿਲਦੀਆਂ ਹਨ ਤੇ ਬਹੁਤ ਵਿਸ਼ਾਲ ਉਹ ਜਗ੍ਹਾ ਹੈ, ਦੋਵੇਂ ਨਦੀਆਂ ਆਪਸ ਦੇ ਵਿੱਚ ਜਾ ਕੇ ਮਿਲੀਆਂ। ਫਿਰ ਉੱਥੇ ਪਾਣੀ ਦਾ ਜਿਹੜਾ ਪਹਿਲਾਂ ਤੇਜ਼ ਵਹਾਅ ਹੈ, ਇੱਕ ਤੇ ਉਹ ਵਹਾਅ ਅੰਦਰ ਉਹ ਤੇਜ਼ੀ ਨਹੀਂ ਰਹਿੰਦੀ ਹੈ, ਕਿਉਂਕਿ ਪਾਣੀ ਜਿੰਨਾ ਥੋੜ੍ਹੀ ਜਗ੍ਹਾ ਦੇ ਵਿੱਚ ਤੇਜ਼ ਪਾਣੀ ਹੈ ਚੱਲ ਰਿਹਾ ਹੈ। ਜੇ ਜਗ੍ਹਾ ਥੋੜ੍ਹੀ ਹੋਵੇਗੀ ਉਹਦੀ ਸਪੀਡ ਜ਼ਿਆਦਾ ਹੋਵੇਗੀ, ਜੇ ਜਗ੍ਹਾ ਜ਼ਿਆਦਾ ਦੇ ਵਿੱਚ ਪਾਣੀ ਫੈਲੇਗਾ ਤੇ ਫਿਰ ਕੁਦਰਤੀ ਗੱਲ ਹੈ ਉਹਦੀ ਸਪੀਡ ਘਟ ਜਾਏਗੀ। ਹੁਣ ਜਿਸ ਜਗ੍ਹਾ ਤੇ ਉਹ 2 ਨਦੀਆਂ ਦਾ ਸੰਗਮ ਹੋਇਆ, ਇਕੱਠੀਆਂ ਹੋਈਆਂ ਨਦੀਆਂ ਇਲਾਹਾਬਾਦ, ਤ੍ਰਿਵੇਣੀ ਤੀਰਥ ਤੇ ਪ੍ਰਯਾਗਰਾਜ,
उस जगह ते पानी का वो वेग नहीं रहिंदा जिहड़ा वेग पहला पिछे गंगा दे चलदियां जां जमुना दे चलदियां हुंदा है। एक ते पानी दे वेग दे विच उत्थे तेज वहा दे विच ठहरा आया, दूजे नंबर ते वो जिथे ठहरा आया वो जगह बहुत ज़्यादा विशाल जगह है, बहुत खुली जगह है जिथे सारा पानी वो समा रहा है, पहुँच रहा है। कबीर साहब कहते जिवें वो जगह है गंग जमन के अंतरे, जिस जगह ते गंगा ते जमुना पहुँचियाँ, पानी पहुँचया ते मान लवो जे सरस्वती भी उथे वो त्रिवेणी आदਿਕ जगह एक ते है उथे पानी दे विच सहज वेग दे विच सहज, दूजे नंबर ते वो जगह बहुत विशाल। ते हुण जदों पानी तेज चलदा है ते पानी दे चलण दी आवाज़ आउंदी है, पर जिथे जाके पानी बिल्कुल स्लो हो गया उथे वो तेज वो आवाज़ भी खत्म हो गई, ना तेज वहा रहा ना तेज वहा दी कोई आवाज़ रही वो जगह ते। कबीर साहब कहते जिहड़ी अवस्था च हुण असीं जिउंदे हां, गुरु का उपदेश लैके परमात्मा की सिक्ख्या लैके वो उस चीज़ नूं समझ लिया कि हर जन ऐसा चाहिए जैसा हर ही होए। ते हुण कहंदे वो हर वर्गे बनन दे लई जिवें जिवें चले ते राम कबीरा एक भयो दे रस्ते ते जिवें पहुँचे मार्ग ते जीवन अंदर सहज भी आ गया, जीवन अंदर शांति भी आ गई, जीवन अंदर ठहराव भी आ गया। सहज सुन के घाट, सहज का मतलब है ठहराओ, आत्मक अडोलता, जरन वाली बिरती, अत्यंत सहज वाली बर्दाश्त करन वाली बिरती कबीर साहब कहते साडी बन गई। जिहड़ी अवस्था च असी हुण विचरदे पए हाँ, एक ते उस अवस्था दे विच सहज है। सिख दे जीवन अंदर, गुरमुख दे जीवन अंदर सहज का होना बहुत जरूरी है। गुरमुख अंतर सहज है, मन चढ़िया 10वें आकाश, अंदरों अवस्था उच्ची पर अंदर सहज। किन्ना सहज, धन गुरु अमरदास साहब भाई जेठे की प्रीख्या लेंदे हन। सहज मतलब पेशन। महाराज ने क्या थड़े बनाऊं, भाई रामे भी बनाए, भाई जेठा भी थड़ा बनाया। महाराज कहने लगे थड़ा चंगा नहीं है, ढा दे रामिया, थड़ा चंगा नहीं है, ढा दे जेठिया। दोवां नूं कहा। रामा जी कहने लगे महाराज इन्ना वधिया थड़ा है, ढाउणा क्यों है, इन्नी मेहनत लगी, इन्ना कीमती समान लगा। नहीं महाराज कहने लगे ढा दो। ढा तां दिता पर ढाउण नूं चित नहीं सी करदा, फिर भी मजबूरी बस ढा दिता। भाई जेठे नूं कहा जेठिया नहीं चंगा थड़ा ढा दे। जेठे तुरंत ढा दिता, कोई सवाल जवाब नहीं। महाराज कहने लगे फिर बनावो। रामा कहने लगे महाराज जे दोबारा ही बनाउणा सी ते फिर पहले नूं की होया सी, बड़ा वधिया ते बनिया सी, नहीं बनाओ। भाई जेठे नूं क्या बनाओ, उन्हां ने कोई सवाल किया, बस उस वक्त सेवा च लग गए। दूजे दिन तीजे दिन महाराज फिर आए, थड़े दोवां ने बना दिते सन। गुरु ने फिर क्या ढाओ ते बनाओ, ते भाई रामा खिज गया। महाराज जे ढाउणे ही ने ते बनाउणे क्यों, जे बनाउणे ने ते ढाउणे क्यों। पर भाई जेठे ने नहीं किया महाराज क्यों ढवा रहे जे, क्यों बनवा रहे जे, ये क्यों इदां वार वार कर रहे जे। उन बर्दाश्त ऐन जो जिवें जिन्नी वार गुरु अमरदास ने किया ढा ते बना, जेठिया फिर ढा फिर बना। भाई जेठे ने एक बार भी गुरु ते किंतु नहीं किया जी इदां क्यों कर रहे हो, इदां नहीं करना चाहिए, जा आ चंगा सी ओ माड़ा सी। ऐन सहज, वो सहज की सिखरली अवस्था ते पहुँचे ते धन गुरु अमरदास महाराज कहन लगे हाँ ये जगह ये हिरदा गुरु दे बैण जोग बन गया है। तेरा बारों भी थड़ा जेठिया प्रवान ते तेरा हिरदे रूपी थड़ा भी प्रवान। सहज ऐन सिखर बर्दाश्त वाली बिरती। महाराज कबीर साहब कहते हुण गुरु की कृपा सदका वो अवस्था च असी विचरदे हाँ जिथे जीवन अंदर सहज भी है ते सुन भी है। भाव जिहड़ा विकारां दा अंदर शोर है हुण वो भी खत्म हो चुकिया है, वो विकारां दे शोर वाले पासियों भी ऐन अंदर सुन वरत चुकी है,
ਐਨ ਅੰਦਰ ਸਾਇਲੈਂਟ ਮਾਹੌਲ ਬਣ ਚੁੱਕਿਆ ਹੈ ਮਨ ਦਾ, ਕਿਉਂਕਿ ਮਨ ਅੰਦਰ ਜਾਂ ਸਾਡੀ ਇਸ ਕਾਇਆ ਅੰਦਰ ਗੁਰੂ ਬਾਣੀ 'ਚ ਕਹਿੰਦੇ ਪੰਚ ਚੋਰ ਵਸੈ। ਇਹਨਾਂ ਨੂੰ 5 ਵਿਕਾਰ ਕਿਹਾ, 5 ਜਾਨਵਰ ਕਿਹਾ, ਕੂਕਰ ਕਿਹਾ। ਮਹਾਰਾਜ ਕਹਿੰਦੇ ਇਹ ਅੰਦਰ ਵਾਰ-ਵਾਰ ਭੌਂਕਦੇ ਹਨ, ਵਿਕਾਰਾਂ ਰੂਪੀ ਇਹ ਕੂਕਰ। ਪਰ ਜਿਹਨੇ ਗੁਰੂ ਦਾ ਉਪਦੇਸ਼ ਤੇ ਗੁਰੂ ਦੀ ਸਿੱਖਿਆ ਨੂੰ, ਮਾਲਕ ਦੇ ਨਾਮ ਨੂੰ ਹਿਰਦੇ 'ਚ ਧਾਰਨ ਕਰ ਲਿਆ, ਫਿਰ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਉਹ ਇਹਨਾਂ ਨੂੰ ਵਸ ਕਰ ਲੈਂਦਾ। ਉਹਦੇ ਅੰਦਰ ਵਿਕਾਰਾਂ ਰੂਪੀ ਇਹ ਕੁੱਤੇ ਨਹੀਂ ਭੌਂਕਦੇ ਹਨ। ਤਹਾਂ ਕਬੀਰੈ ਮਟ ਕੀਆ ਖੋਜਤ ਮੁਨ ਜਨ ਬਾਟ। ਕਬੀਰ ਸਾਹਿਬ ਕਹਿੰਦੇ ਉਹ ਸਹਿਜ ਤੇ ਸੁੰਨ ਅਵਸਥਾ ਦੇ ਵਿੱਚ ਹੁਣ ਕਬੀਰ ਦਾ ਵਾਸਾ ਹੋ ਚੁੱਕਿਆ ਹੈ, ਜਿਹੜੀ ਅਵਸਥਾ ਨੂੰ ਪ੍ਰਾਪਤ ਕਰਨ ਦੇ ਲਈ ਰਿਸ਼ੀ ਮੁਨੀ ਆਪਣੇ ਆਪਣੇ ਤਰੀਕਿਆਂ ਦੇ ਨਾਲ ਰਸਤੇ ਲੱਭਦੇ ਹਨ ਕਿ ਸਾਨੂੰ ਵੀ ਉਹ ਅਵਸਥਾ ਪ੍ਰਾਪਤ ਹੋ ਜਾਵੇ, ਅਸੀਂ ਵੀ ਉਹ ਸਹਿਜ ਤੇ ਸੁੰਨ ਅਵਸਥਾ ਤੱਕ ਪਹੁੰਚ ਜਾਈਏ। ਕਬੀਰ ਜੀ ਕਹਿੰਦੇ ਮੈਂ ਉਸ ਅਵਸਥਾ ਦੇ ਵਿੱਚ ਗੁਰੂ ਦੀ ਕਿਰਪਾ ਸਦਕਾ ਵਿਚਰਦਾ ਹਾਂ। ਇਦੋਂ ਅੱਗੇ ਕਬੀਰ ਸਾਹਿਬ ਜੀ ਫਰਮਾਨ ਕਰਦੇ ਹਨ, ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭ ਹੈ ਓੜ। ਕਹਿੰਦੇ ਹੁਣ ਜਦੋਂ ਪੌਦਾ ਪੈਦਾ ਹੁੰਦਾ ਹੈ, ਬੀਜ 'ਚੋਂ ਅੰਕੁਰ ਫੁੱਟਿਆ, ਬਿਲਕੁਲ ਕੋਮਲਤਾ ਹੁੰਦੀ ਹੈ ਉਸ ਬੀਜ ਤੋਂ ਉੱਗੇ ਹੋਏ ਪੌਦੇ ਦੇ ਅੰਦਰ। ਹਵਾ ਚੱਲਦੀ ਆ, ਉਹ ਟੇਢਾ ਹੋ ਜਾਂਦਾ ਹੈ, ਫਿਰ ਖੜਾ ਹੋ ਜਾਂਦਾ ਹੈ। ਪਰ ਜਿਵੇਂ ਜਿਵੇਂ ਅੱਗੇ ਉਹ ਵੱਧਦਾ ਜਾਂਦਾ ਹੈ, ਤਿਵੇਂ ਤਿਵੇਂ ਉਹਦੇ ਤਣੇ ਦੇ ਅੰਦਰ, ਉਹਦੀਆਂ ਬੂਟੇ ਦੀਆਂ ਸ਼ਾਖਾ ਦੇ ਅੰਦਰ ਸਖਤੀ ਬਣਦੀ ਜਾਂਦੀ ਹੈ, ਲੱਕੜ ਸਖਤ ਹੁੰਦੀ ਜਾਂਦੀ ਹੈ। ਉਹ ਪਹਿਲਾਂ ਵਾਲੀ ਕੋਮਲਤਾ ਨਹੀਂ ਰਹਿੰਦੀ ਹੈ। ਬੂਟਾ ਸੀ ਛੋਟਾ, ਕੋਮਲ ਸੀ, ਹਵਾ ਚੱਲੀ, ਉਹ ਲਿਪ ਗਿਆ, ਫਿਰ ਸਿੱਧਾ ਹੋ ਗਿਆ। ਪਰ ਜਿਵੇਂ ਜਿਵੇਂ ਅੱਗੇ ਬੂਟਾ ਉਹ ਵੱਡਾ ਦਰਖਤ ਬਣਿਆ, ਅੰਦਰੋਂ ਬਾਹਰੋਂ ਸਖਤ ਹੋ ਗਿਆ, ਹੁਣ ਤੇਜ਼ ਹਵਾ ਚੱਲਦੀ, ਲਿਪਦਾ ਕੋਈ ਨਹੀਂ ਹੈ, ਤੇ ਕਈ ਵਾਰ ਦਰਖਤ ਜੜੋਂ ਹੀ ਪੁੱਟੇ ਜਾਂਦੇ ਹਨ, ਕਿਉਂਕਿ ਪਹਿਲਾਂ ਵਾਲੀ ਕੋਮਲਤਾ ਨਹੀਂ ਰਹੀ। ਬੱਚਾ ਜਦੋਂ ਛੋਟਾ ਹੁੰਦਾ ਹੈ, ਬੱਚੇ ਦਾ ਜਨਮ ਹੋਇਆ, ਕੋਮਲ ਸੁਭਾਅ ਹੈ, ਕੋਈ ਛਲ ਵੱਲ ਬੱਚੇ ਦੇ ਮਨ 'ਚ ਨਹੀਂ ਹੁੰਦਾ ਹੈ। ਬੱਚਾ ਜਦੋਂ ਸੰਸਾਰ 'ਚ ਪੈਦਾ ਹੁੰਦਾ ਹੈ, ਕੋਈ ਛਲ ਵੱਲ ਸਿੱਖ ਕੇ ਪੈਦਾ ਨਹੀਂ ਹੁੰਦਾ ਹੈ। ਬੱਚੇ ਨੂੰ ਨਹੀਂ ਪਤਾ ਹੈ ਕੌਣ ਦੁਸ਼ਮਣ ਹੈ, ਕੌਣ ਮਿੱਤਰ। ਉਹਨੂੰ ਤੇ ਅਸੀਂ ਸਿਖਾਉਂਦੇ ਹਾਂ ਕਿ ਗਵਾਂਢੀ ਦੇ ਨਾਲ ਨਹੀਂ ਬੋਲਣਾ, ਉਹ ਤੇ ਸਾਡਾ ਦੁਸ਼ਮਣ। ਬੱਚੇ ਨੂੰ ਥੋੜ੍ਹਾ ਪਤਾ ਉਹ ਦੁਸ਼ਮਣ, ਉਹਨੂੰ ਤੇ ਉਹ ਚੁੱਕਦਾ ਬੱਚਾ, ਉਹਦੀ ਵੀ ਗੋਦੀ 'ਚ ਚਲਿਆ ਜਾਂਦਾ ਹੈ। ਬੱਚੇ ਦੇ ਲਈ ਤੇ ਸੱਪ ਵੀ ਇੱਕ ਖਿਡੌਣਾ ਹੈ, ਉੱਧਰ ਵੀ ਚਲਿਆ ਜਾਂਦਾ। ਉਹਨੂੰ ਅਸੀਂ ਦੱਸਦੇ ਬੱਚੇ ਨੂੰ ਕਿ ਇਹ ਚੀਜ਼ਾਂ ਤੇਰੇ ਲਈ ਖਤਰਨਾਕ ਹੋ ਸਕਦੀਆਂ ਨੇ। ਬੱਚੇ ਦੇ ਮਨ ਅੰਦਰ ਮਾਇਆ ਦੀ ਪਕੜ ਅਸੀਂ ਭਰਦੇ ਹਾਂ। ਬੱਚਾ ਜਦੋਂ ਪੈਦਾ ਹੋਇਆ, ਉਹਨੂੰ ਨਹੀਂ ਪਤਾ ਕੀ ਮਾਇਆ ਕੀ ਧਨ, ਉਹ ਤੇ ਵਹਿੰਦਾ ਹੈ। ਕੁਝ ਚੀਜ਼ਾਂ ਅਸੀਂ ਬੋਲ ਕੇ ਸਿਖਾਉਂਦੇ ਹਾਂ, ਕੁਝ ਚੀਜ਼ਾਂ ਬੱਚਾ ਸਾਨੂੰ ਵੇਖ ਵੇਖ ਕੇ ਸਿੱਖਦਾ ਜਾਂਦਾ ਹੈ। ਜਿਵੇਂ ਅਸੀਂ ਰੋਜ਼ ਪੈਸੇ ਗਿਣ ਗਿਣ ਕੇ ਸੰਭਾਲ ਕੇ ਰੱਖਦੇ, ਬੱਚੇ ਨੂੰ ਆਪਣੇ ਆਪ ਪਤਾ ਲੱਗਦਾ ਇਹ ਜ਼ਰੂਰ ਕੋਈ ਕੀਮਤੀ ਚੀਜ਼ ਹੈ, ਇਹੀ ਚੀਜ਼ ਤੇ ਦੁਕਾਨ ਤੇ ਮੇਰਾ ਬਾਪੂ ਦਿੰਦਾ ਹੈ, ਤੇ ਫਿਰ ਕੁਝ ਖਾਣ ਦੇ ਲਈ ਖਰੀਦਦਾ ਹੈ। ਬੱਚੇ ਨੇ ਵੇਖਿਆ, ਉਹਨੂੰ ਪਤਾ ਲੱਗ ਗਿਆ ਚੀਜ਼ਾਂ ਪੈਸੇ ਦੇ ਨਾਲ। ਉਹ ਮਾਇਆ ਦੀ ਮੈਲ, ਮਾਇਆ ਦੀ ਰੰਗਤ ਬੱਚੇ ਦੇ ਮਨ ਤੇ ਚੜ੍ਹਦੀ ਜਾਂਦੀ ਹੈ। ਤੇ ਸਹਿਜੇ ਸਹਿਜੇ ਫਿਰ ਜਿਵੇਂ ਜਿਵੇਂ ਉਹ ਵੱਡਾ ਹੋਇਆ, ਫਿਰ ਤੇ ਐਨ ਮਾਇਆ ਦੀ ਪਕੜ ਬਣ ਗਈ। ਜਿਹੜੀ ਪਹਿਲਾਂ ਕੋਮਲਤਾ ਸੀ, ਛੋਟੇ ਜਿਹੇ ਬੂਟੇ ਦੀ ਤਰ੍ਹਾਂ, ਜਿੱਧਰ ਨੂੰ ਬੱਚੇ ਨੂੰ ਮੋੜਦੇ ਸਾਂ ਮੁੜੀ ਜਾਂਦਾ ਸੀ, ਜਿਹੜਾ ਉਂਗਲੀ ਲਾਉਂਦਾ ਸੀ ਉਸੇ ਦੇ ਨਾਲ ਤੁਰ ਪੈਂਦਾ ਸੀ। ਹੁਣ ਤੇ ਜਿਵੇਂ ਜਿਵੇਂ ਵੱਡਾ ਹੋਇਆ, ਈਰਖਾ ਨੇ, ਵੈਰ ਵਿਰੋਧ, ਦਵੈਸ਼ ਨੇ ਇਹਨੂੰ ਅੰਦਰੋਂ ਐਨ ਸਖਤ ਕਰ ਦਿੱਤਾ, ਐਨ ਸਖਤ। ਹੁਣ ਤੇ ਆਪਣੇ ਵੀ ਬਗਾਨੇ। ਕਦੇ ਉਹ ਸਮਾਂ ਜਦੋਂ ਉਹਨੂੰ ਬਗਾਨੇ ਵੀ ਆਪਣੇ ਲੱਗਦੇ ਸਨ, ਪਰ ਹੁਣ ਆਪਣੇ ਵੀ ਬਗਾਨੇ ਲੱਗਣ ਲੱਗ ਗਏ। ਉਹ ਪਹਿਲਾਂ ਵਾਲੀ ਕੋਮਲਤਾ, ਮਾਸੂਮੀਅਤ ਜ਼ਿੰਦਗੀ 'ਚ ਨਹੀਂ ਰਹੀ। ਤੇ ਕਬੀਰ ਸਾਹਿਬ ਕਹਿੰਦੇ ਜੀਵਨ ਬਦਲ ਗਿਆ। ਜੇ ਮੰਨ ਲਵੋ ਇਹ ਜੀਵਨ ਅੰਦਰ ਨਾ ਤਬਦੀਲੀ ਆਵੇ, ਜਿੱਦਾਂ ਦੀ ਕੋਮਲਤਾ ਬੱਚੇ ਦੇ ਛੋਟੇ ਹੁੰਦਿਆਂ ਮਨ ਅੰਦਰ ਹੈ, ਜ਼ਿੰਦਗੀ ਭਰ ਉਸੇ ਤਰ੍ਹਾਂ ਦੀ ਕੋਮਲਤਾ ਬਣੀ ਰਵੇ। ਜਿਵੇਂ ਛੋਟੇ ਹੁੰਦਿਆਂ ਉਹਦੇ ਮਨ ਅੰਦਰ ਕੋਈ ਵੈਰ ਵਿਰੋਧ, ਈਰਖਾ, ਦਵੈਸ਼ ਵਾਲੀ ਕੋਈ ਬਿਰਤੀ ਨਹੀਂ ਹੈ, ਜੇ ਅਖੀਰ ਤੱਕ ਉਸੇ ਤਰ੍ਹਾਂ ਦੀ ਬਿਰਤੀ ਬਣੀ ਰਹੇ, ਫਿਰ ਤੇ ਉਹਦੀ ਜ਼ਿੰਦਗੀ ਸਫਲ ਹੈ। ਫਿਰ ਉਹ ਕਿੰਨਾ ਮਹਾਨ ਬਣਦਾ ਹੈ। ਕਬੀਰ ਜੀ ਕਹਿੰਦੇ
ਹੀਰਾ ਕਿਸਕਾ ਬਾਪੁਰਾ ਪੁੱਜੈ ਨਾ ਰਤਨ ਕਰੋੜ। ਉਹ ਹੀਰਾ ਵੀ ਉਹਦੇ ਸਾਹਮਣੇ ਕੀ ਹੈ, ਉਹ ਤੇ ਇੰਨਾ ਮਹਾਨ ਤੇ ਉੱਤਮ ਬਣਦਾ ਹੈ ਕਿ ਲੱਖਾਂ ਕਰੋੜਾਂ ਦੇ ਰਤਨ ਵੀ ਉਹਦੀ ਬਰਾਬਰੀ ਨਹੀਂ ਜੇ ਕਰ ਸਕਦੇ। ਉਹ ਇੰਨਾ ਮਹਾਨ ਤੇ ਇੰਨਾ ਉੱਚਾ ਬਣਦਾ, ਪਰਮੇਸ਼ਰ ਦੇ ਘਰ ਪ੍ਰਵਾਨ ਪੈਂਦਾ ਜੇ ਜੀਵਨ ਅੰਦਰ ਵੱਲ ਛਲ ਨਾ ਆਉਣ। ਪਰ ਉੱਦਾਂ ਦੀ ਖੇਡ ਰਹਿੰਦੀ ਨਹੀਂ ਹੈ। ਹਰ ਇੱਕ ਦੇ ਜੀਵਨ ਦੇ ਅੰਦਰ ਕਰੀਬਨ ਬਦਲਾਅ ਆ ਹੀ ਜਾਂਦਾ ਹੈ। ਜਿੱਦਾਂ ਦੀ ਮਾਸੂਮੀਅਤ ਲੈ ਕੇ ਜੀਵ ਸੰਸਾਰ 'ਚ ਪੈਦਾ ਹੁੰਦਾ ਹੈ, ਉਹ ਅੱਗੇ ਚੱਲ ਕੇ ਨਹੀਂ ਰਹਿੰਦੀ ਹੈ। ਅਗਲੇ ਸ਼ਲੋਕ 'ਚ ਕਬੀਰ ਸਾਹਿਬ ਫਰਮਾਨ ਕਰਦੇ, ਕਹਿੰਦੇ ਕਬੀਰਾ ਏਕ ਅਚੰਭੋ ਦੇਖਿਓ ਹੀਰਾ ਹਾਟ ਬਕਾਏ। ਕਬੀਰ ਜੀ ਕਹਿੰਦੇ ਇੱਕ ਮੈਂ ਬੜੀ ਹੈਰਾਨ ਕਰ ਦੇਣ ਵਾਲੀ ਚੀਜ਼ ਵੇਖੀ ਹੈ। ਹੀਰਾ ਕੌਡੀਆਂ ਦੇ ਭਾਅ ਦੁਕਾਨਾਂ 'ਤੇ ਵਿਕਦਾ ਪਿਆ ਹੈ। ਭਾਵ ਕੀਮਤ ਵਸਤੂ ਬੜੀ ਕੀਮਤੀ, ਪਰ ਅੱਗੇ ਖਰੀਦਦਾਰ ਕੋਈ ਨਹੀਂ ਹੈ। ਕਿਉਂਕਿ ਮਾਰਕੀਟ ਦਾ ਇੱਕ ਨਿਯਮ ਹੈ ਡਿਮਾਂਡ ਤੇ ਸਪਲਾਈ ਦਾ। ਰੇਟ ਉਸੇ ਤਰ੍ਹਾਂ ਵੱਧਦੇ ਹਨ। ਜੇ ਪਿੱਛੋਂ ਸਪਲਾਈ ਘੱਟ ਹੈ, ਅੱਗੇ ਡਿਮਾਂਡ ਜ਼ਿਆਦਾ ਹੈ ਤੇ ਚੀਜ਼ਾਂ ਕੀਮਤੀ ਹੁੰਦੀਆਂ ਹਨ। ਤੇ ਜੇ ਡਿਮਾਂਡ ਘੱਟ ਹੈ ਤੇ ਸਪਲਾਈ ਜ਼ਿਆਦਾ ਹੈ ਤੇ ਫਿਰ ਵਸਤੂਆਂ ਸਸਤੀਆਂ ਹੋ ਜਾਂਦੀਆਂ ਹਨ। ਹੁਣ ਕਬੀਰ ਸਾਹਿਬ ਕਹਿੰਦੇ ਇੱਕ ਅਚੰਭੋ ਅਸੀਂ ਵੇਖਿਆ ਹੈ, ਚੀਜ਼ ਤਾਂ ਬੜੀ ਕੀਮਤੀ ਹੈ ਪਰ ਅੱਗੇ ਡਿਮਾਂਡ ਕੋਈ ਨਹੀਂ ਹੈ। ਅੱਗੇ ਉਹਦੀ ਕੀਮਤ ਦਾ ਕਿਸੇ ਨੂੰ ਪਤਾ ਨਹੀਂ ਹੈ। ਜਾਂ ਇੱਦਾਂ ਕਹਿ ਲਈਏ, ਜਿਨ੍ਹਾਂ ਨੂੰ ਪਤਾ ਵੀ ਹੈ ਕੀਮਤ ਦਾ, ਉਹ ਉਹਦਾ ਮੁੱਲ ਪਾਉਣ ਦੇ ਲਈ ਤਿਆਰ ਨਹੀਂ ਹਨ। ਮੁੱਲ ਪਾਉਣ ਦੇ ਲਈ ਤਿਆਰ ਨਹੀਂ ਹਨ। ਕੁਝ ਚੀਜ਼ਾਂ ਐਸੀਆਂ ਹੁੰਦੀਆਂ ਅੱਜ ਜਿਹੜਾ ਆਪਾਂ ਵੇਖਦੇ ਪਏ ਹਾਂ ਕਿ ਜ਼ਿਮੀਂਦਾਰ ਕਿਸਾਨ ਭਰਾ ਬੈਠੇ ਹੋਏ ਹਨ ਸੜਕਾਂ ਦੇ ਉੱਪਰ, ਤਰ੍ਹਾਂ ਦੇ ਰੋਸ ਮੁਜ਼ਾਹਰੇ ਧਰਨੇ ਕਰ ਰਹੇ ਨੇ। ਉਹਦੇ ਪਿੱਛੇ ਕਾਰਨ ਕੀ ਹੈ? ਕਿਉਂਕਿ ਫਸਲ ਅਨਾਜ ਸਾਡੇ ਲਈ ਸਭ ਤੋਂ ਜ਼ਿਆਦਾ ਕੀਮਤੀ ਚੀਜ਼ ਹੈ। ਅਸੀਂ ਕੱਪੜੇ ਵੀ ਪਹਿਨਦੇ ਹਾਂ ਤੇ ਉਹ ਵੀ ਖੇਤਾਂ 'ਚ ਕਪਾਹ ਪਹਿਲਾਂ ਪੈਦਾ ਹੁੰਦੀ ਹੈ ਤੇ ਉੱਥੋਂ ਹੀ ਸਾਡੇ ਤਨ ਢੱਕਣ ਦੇ ਲਈ ਅੱਗੇ ਬਸਤਰ ਸਾਨੂੰ ਪ੍ਰਾਪਤ ਹੁੰਦੇ ਹਨ। ਸਾਡੇ ਤ੍ਰੈਮਣ ਦੇਹਰੀ ਚੱਲੇ ਪਾਣੀ ਅੰਨ, ਉਹ ਅਨਾਜ ਜਿਹਦੇ ਰਾਹੀਂ ਕਾਇਆ ਨੇ ਚੱਲਣਾ ਹੈ, ਉਹ ਕਿੱਥੋਂ ਮਿਲਦੀ ਹੈ? ਜ਼ਿਮੀਂਦਾਰ ਕਿਸਾਨ ਫਸਲਾਂ ਬੀਜਦੇ ਹਨ ਤੇ ਫਿਰ ਅੱਗੇ ਉਹ ਸਾਡੇ ਤੱਕ ਪਹੁੰਚਦੀ ਹੈ। ਪਰ ਕੀ ਹੁੰਦਾ ਹੈ, ਵਪਾਰੀ ਵਰਗ ਕੀ ਕਰਦੇ ਨੇ? ਤੇ ਆਉਣ ਵਾਲੇ ਸਮੇਂ ਦੇ ਜਿਹੜੇ ਕਾਨੂੰਨ ਬਣੇ ਨੇ ਹੋਰ ਇੰਨੇ ਜ਼ਿਆਦਾ ਭਿਆਨਕ ਕਿ ਚੀਜ਼ਾਂ ਜਦੋਂ ਤੇ ਖਰੀਦਣੀਆਂ ਹਨ ਉਦੋਂ ਤੇ ਖਰੀਦੋ ਬਿਲਕੁਲ ਕੱਖਾਂ ਦੇ ਭਾਅ। ਜ਼ਿਮੀਂਦਾਰ ਕੋਲੋਂ ਖਰੀਦ ਲਵੋ, ਕਿਉਂਕਿ ਜ਼ਿਮੀਂਦਾਰ ਨੇ ਵਿਚਾਰੇ ਨੇ ਵੱਢੀ ਆ ਫਸਲ, ਹੁਣ ਉਹਨੇ ਕਿੱਥੇ ਰੱਖਣੀ ਆ? ਉਹਨੂੰ ਤੇ ਵੇਚਣੀ ਪੈਣੀ, ਉਹਦੀ ਤੇ ਮਜਬੂਰੀ ਹੈ। ਜੇ ਵੇਚੇਗਾ 4 ਪੈਸੇ ਆਉਣਗੇ ਤੇ ਅਗਲੀ ਫਸਲ ਲਗਾ ਸਕਦਾ ਹੈ, ਇੱਧਰ ਉੱਧਰ ਦੇ ਜਿਹੜੇ ਕਰਜ਼ ਚੁੱਕੇ ਨੇ ਅਦਾ ਕਰ ਸਕਦਾ ਹੈ। ਜੇ ਫਸਲ ਨਹੀਂ ਵਿਕੇਗੀ ਤੇ ਉਹ ਫਿਰ ਆਪਣਾ ਜੀਵਨ ਪਰਿਵਾਰ ਦਾ ਪ੍ਰਵਾਹ ਅੱਗੋਂ ਕਿੱਥੋਂ ਕਰੇਗਾ? ਤੇ ਜ਼ਿਮੀਂਦਾਰ ਜਦੋਂ ਫਸਲ ਵੱਢ ਲੈਂਦਾ ਹੈ, ਫਸਲ ਗਾਈ ਜਾਂਦੀ ਹੈ, ਤੇ ਉਦੋਂ ਜ਼ਿਮੀਂਦਾਰ ਦੇ ਮਨ 'ਚ ਹੁੰਦਾ ਹੁਣ ਜਲਦੀ ਤੋਂ ਜਲਦੀ ਇਹ ਵਿਕ ਜਾਏ, ਕਿਉਂਕਿ ਕੋਈ ਪਤਾ ਨਹੀਂ ਹੈ ਮੌਸਮ ਦਾ, ਵਾਧ ਘਾਟ ਹੋ ਗਿਆ, ਹੋ ਸਕਦਾ ਉਹਦੀ 6 ਮਹੀਨੇ ਦੀ ਕੀਤੀ ਤੇ ਪਾਣੀ ਫਿਰ ਜਾਏ। ਇਸ ਕਰਕੇ ਉਹ ਜਲਦੀ ਤੋਂ ਜਲਦੀ ਫਸਲ ਵੇਚਣਾ ਚਾਹੁੰਦਾ ਹੈ। ਹੁਣ ਕਾਨੂੰਨ ਇੱਦਾਂ ਦੇ ਬਣਾ ਦਿੱਤੇ ਗਏ ਕਿ ਪ੍ਰਾਈਵੇਟ ਉਹ ਵਪਾਰੀ ਖਰੀਦਿਆ ਕਰਨਗੇ ਤੇ ਉਹਨਾਂ ਦੀ ਮਰਜ਼ੀ, ਜਿਹੜਾ ਮਰਜ਼ੀ ਭਾਅ ਲਗਾ ਦੇਣ। ਜ਼ਿਮੀਂਦਾਰ ਨੇ ਤੇ ਹੁਣ ਵੇਚਣੀ ਹੈ ਤੇ ਉਹਨੂੰ ਪ੍ਰੋਪਰ ਉਹਦੀ ਫਸਲ ਦਾ ਮੁੱਲ ਨਹੀਂ ਦਿੱਤਾ ਜਾਣਾ। ਉਹ ਚੀਜ਼ਾਂ ਜਿਵੇਂ ਹੁਣ ਵੀ ਆਪਾਂ ਵੇਖਦੇ ਹਾਂ ਕਿ ਉਹ ਇੱਕ ਆਲੂ ਦਾ ਪੈਕਟ ਦੇ ਵਿੱਚ ਹੁੰਦਾ ਹੈ ਲੇਸ ਆਦਿ, ਤੇ ਕਿੰਨਾ ਉਹਦਾ ਮੁੱਲ। ਤੇ ਜਿੱਦਣ ਜ਼ਿਮੀਂਦਾਰ ਕੋਲੋਂ ਖਰੀਦਣੇ ਹੁੰਦੇ ਹਨ ਤੇ ਉਦਣ ਰੁਪਈਆ ਕਿਲੋ, 200 ਦੇ 100 ਦੇ, ਉਦੋਂ ਵੀ ਸਸਤੇ 50-50 ਰੁਪਏ ਕੁਇੰਟਲ ਜ਼ਿਮੀਂਦਾਰਾਂ ਦੇ ਕੋਲੋਂ ਆਲੂ ਖਰੀਦੇ ਜਾਂਦੇ ਹਨ। ਤੇ ਉਦੋਂ ਬਾਅਦ ਫਿਰ ਇੱਕ ਆਲੂ ਨੂੰ 50-50 ਰੁਪਈਏ 'ਚ ਵੇਚਿਆ ਜਾਂਦਾ ਹੈ। ਪੌਪਕੋਰਨ ਅਸੀਂ ਵੇਖਦੇ ਹਾਂ ਉਹ ਕਿੰਨੇ ਕੁ ਹੁੰਦੇ ਹਨ ਤੇ ਜ਼ਿਮੀਂਦਾਰ ਕੋਲੋਂ ਕਿਹੜੇ ਭਾਅ ਖਰੀਦੇ ਜਾਂਦੇ ਹਨ। ਕਬੀਰ ਸਾਹਿਬ ਕਹਿੰਦੇ ਵੇਖੋ ਸਮਾਜ ਅੰਦਰ ਕੀ ਹੋ ਰਿਹਾ ਹੈ। ਚੀਜ਼ ਤਾਂ ਬੜੀ ਕੀਮਤੀ ਹੈ, ਪਰ ਕੀਮਤੀ ਚੀਜ਼ਾਂ ਨੂੰ ਵੀ ਕਿਵੇਂ ਰੋਲਿਆ ਜਾ ਰਿਹਾ ਹੈ, ਕਿਵੇਂ ਰੋਲਿਆ ਜਾ ਰਿਹਾ। ਜਾਂ ਤੇ ਬੇਈਮਾਨ ਸੋਚ ਕਰਕੇ, ਜਾਂ ਇੱਦਾਂ ਕਹਿ ਲਈਏ ਕੀਮਤ ਦਾ ਪਤਾ ਨਹੀਂ ਹੈ ਤੇ ਉਹ ਰੁਲਦੀ ਪਈ ਹੈ ਚੀਜ਼। ਏਕ ਅਚੰਭੋ ਦੇਖਿਓ ਹੀਰਾ ਹਾਟ ਬਕਾਏ। ਕਬੀਰ ਸਾਹਿਬ ਕਹਿੰਦੇ ਇੱਕ ਅਸੀਂ ਬੜੀ ਹੈਰਾਨਗੀ ਵਾਲੀ ਗੱਲ ਵੇਖੀ ਹੈ ਕਿ ਹੀਰਾ ਵੀ ਹਾਟ ਤੇ ਮੂਲੀਆਂ ਗਾਜਰਾਂ ਦੀਆਂ ਦੁਕਾਨਾਂ ਤੇ ਹੀਰਾ ਵਿਕ ਰਿਹਾ ਹੈ। ਫਿਰ ਵੀ ਕੀ ਹੋ ਰਿਹਾ ਹੈ, ਬੰਜਨ ਹਾਰੇ ਬਾਹਰਾ ਕੌਡੀ ਬਦਲੇ ਜਾਏ। ਅੱਗੋਂ ਉਹਨੂੰ ਕੋਈ ਖਰੀਦਦਾਰ ਨਹੀਂ ਮਿਲ ਰਿਹਾ
ਤੇ ਉਹ ਜਿਹੜਾ ਲੱਖਾਂ ਕਰੋੜਾਂ ਦਾ ਹੀਰਾ ਸੀ ਉਹ ਵੀ ਕੌਡੀਆਂ ਦੇ ਭਾਅ ਵਿਅਰਥ ਜਾਂਦਾ ਪਿਆ ਹੈ। ਵਿਅਰਥ ਹੀਰੇ ਵਰਗਾ ਜੀਵਨ ਸੀ ਤੇ ਕੌਡੀਆਂ ਦੇ ਭਾਅ ਇਹ ਜੀਵਨ ਸਾਡਾ ਜਾ ਰਿਹਾ ਹੈ। ਵਾਹਿਗੁਰੂ ਦਾ ਨਾਮ ਬੜਾ ਅਮੋਲਕ ਹੈ, ਪਰ ਸਾਨੂੰ ਕਿਉਂਕਿ ਉਹਦੀ ਕੀਮਤ ਦਾ ਮੁੱਲ ਦਾ ਪਤਾ ਨਹੀਂ ਹੈ, ਜਿਸ ਕਰਕੇ ਉਹ ਅਮੋਲਕ ਤੇ ਕੀਮਤੀ ਨਾਮ ਨੂੰ ਵੀ ਅਸੀਂ ਕੌਡੀਆਂ ਦੇ ਭਾਅ ਗਵਾਉਂਦੇ ਪਏ ਤੇ ਵਿਸਾਰਦੇ ਪਏ ਹਾਂ। ਇਸ ਕਰਕੇ ਗੁਰੂ ਮਹਾਰਾਜ ਨੇ ਜੋ ਸਾਨੂੰ ਉਪਦੇਸ਼ ਦਿੱਤਾ ਹੈ ਉਹਨੂੰ ਹਿਰਦੇ 'ਚ ਵਸਾਉਣਾ ਹੈ। ਐਸਾ ਨਾ ਹੋਵੇ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ ਹੀਰੇ ਵਰਗਾ ਅਮੋਲਕ ਜੀਵਨ, ਕੌਡੀਆਂ ਦੇ ਭਾਅ ਨਾ ਨਿਕਲ ਜਾਵੇ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਤਰੁੱਟੀਆਂ ਅਣਜਾਣ ਦਾ ਸਰ ਸਮਝਦਿਆਂ ਨਾ ਚਿਤਾਰਨੀਆਂ। ਗੱਜ ਵੱਜ ਕੇ ਗੁਰੂ ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ